ਮੁਹੱਬੇ ਵਤਨ ਹੋਣ ਦੇ ਵਿੱਚ ਸ਼ੱਕ ਆ ਜੀ। ਇਹਨਾਂ ਦੀ ਦੁਬਾਰਾ ਬਣਾਈ ਵੀਡੀਓ। बादल लेना, हमने पौधे लगाने हैं। ਨਾਲ ਸਕੂਲ ਦੀ ਅਸੀਂ ਚੌਕੀਦਾਰ ਨੂੰ ਬੁਲਾ ਕੇ ਚਾਬੀ ਲਈ ਜੀ। ਦਰਖਤ ਲਾਉਣ ਲੱਗ ਪਏ। ਗਰਮੀ ਬਹੁਤ ਸੀਗੀ। ਤੇ अस्सलाम वालेकुम जी। 14 अगस्त की माशाअल्लाह सुबह बड़ी प्यारी नमूदार हुई जी। सारे दोस्तों को जश्न आज़ादी मुबारक जी। तो हसबे साबक जी सुत्तियां उठदे जी अजकल सब तो मशहूरो मरूफ टिक टिक चल रही है ना जी। सब तो पहले न्याणिਆਂ ਨੂੰ तो इफ्तिताह किया जी। दोनों ने ज़रा अच्छी तरह प्रैक्टिस की टिक टिक दी जी। टिक टिक जी ना जी प्रैक्टिस करन तो बाद निकले तो बाहर बाजिया ने जी पाँ शुरू कराती जी। बाहर निकले हैं जी। बाहर निकलन तो बाद मैं क्या ज़रा शहर का एक राउंड लाइए। माशाअल्लाह बड़ा खूबसूरत झंडे लाए जी। शहर सारा सजिया पिया जी। रौनक बाज़ार दी खूब है जी। तो जिन्ने इन्होंने बाजे बाहर रखे सीगा ना जी, ये तो ही लगता भी जिन्हें पाँ नहीं की ना जी, ਉਹਦਾ ਮੁਲਕ ਦੀ ਤਰੱਕੀ ਜਾਂ ਉਹਦੇ ਮੁਹੱਬੇ ਵਤਨ ਹੋਣ ਦੇ ਵਿੱਚ ਸ਼ੱਕ ਆ ਜੀ। ਲਿਹਾਜ਼ਾ ਇਸ ਪਾਂ ਨੂੰ ਵੀ ਅਸੀਂ ਲੰਘ ਕੇ ਕਰਾਸ ਕੀਤਾ, ਲੇਕਿਨ ਅਸੀਂ ਬਾਜਾ ਕੋਈ ਨਹੀਂ ਲਿਆ ਜੀ। ਲੇਕਿਨ ਫਿਰ ਮੇਰਾ ਦਿਲ ਕੀਤਾ ਵੀ ਲੈ ਲਈਏ। ਆ ਜਵਾਨਾਂ ਨੇ ਸਾਡਾ ਬੜਾ ਇਸਤਕਬਾਲ ਕੀਤਾ ਜੀ ਇੱਥੇ ਖੜੋ ਕੇ। ਮੈਂ ਜ਼ਰਾ ਖਲੋ ਕੇ ਇਹਨਾਂ ਦੀ ਦੁਬਾਰਾ ਬਣਾਈ ਵੀਡੀਓ। ਬਾਜ਼ਾਰ 'ਚ ਜੀ ਮਾਸ਼ਾਅੱਲਾ ਬੜੀ ਰੌਣਕ ਸੀਗੀ। ਬਾਜ਼ਾਰ ਗੁਜ਼ਰਦੇ ਹੋਏ ਜਨਾਬ ਮੇਰਾ ਪ੍ਰੋਗਰਾਮ ਤਾਂ ਅੱਜ ਦਾ ਸੀਗਾ ਜੀ ਜਾਣ ਦਾ, ਜਾ ਕੇ ਕਿਤੇ ਪੌਦੇ ਲਾਉਣ ਦਾ ਜੀ। ਜਿਹੜੀ ਹਕੀਕਤ ਗੱਲ ਆ, ਰਾਮੇ ਮੋੜ ਤੋਂ ਗੁਜ਼ਰਦੇ ਹਾਂ ਜੀ ਮੇਰੀ ਮੋਟਰਸਾਈਕਲ ਨੂੰ ਖੱਡੇ ਇੰਨੇ ਲੱਗੇ, ਇਹਨੂੰ ਪਿਆਸ ਲੱਗ ਗਈ ਜੀ। ਰਾਮੇ ਮੋੜ ਦੀ ਹਾਲਤ ਜਿਹੜੀ ਉਹ ਤੁਹਾਡੇ ਸਾਹਮਣੇ ਜੀ। ਏਸੀ ਸਾਹਿਬ ਨੇ ਮਾਸ਼ਾਅੱਲਾ ਸਾਰੇ ਕੰਮ ਸਹੀ ਕਰੀ ਜਾ ਰਹੇ ਆ, ਲੇਕਿਨ ਰਾਮੇ ਮੋੜ ਵਾਲਾ ਜਿਹੜਾ ਗੰਦ ਨੇ ਜੀ ਇਹ ਨਹੀਂ ਕਿਸੇ ਬੰਦੇ ਕੋਲੋਂ ਮੁੱਕ ਰਿਹਾ। ਅੱਲਾ ਕਰੇ ਏਸੀ ਸਾਹਿਬ ਇਹਨੂੰ ਵੀ ਮੁਕਾਉਣ ਜੀ। ਇੱਥੋਂ ਖੱਡਿਆਂ ਦੇ ਵਿੱਚੋਂ ਲੰਘਦੇ ਢਹਿੰਦੇ ਜੀ ਮੋਟਰਸਾਈਕਲ ਨੂੰ ਪਿਆਸ ਲੱਗੀ। ਮੋਟਰਸਾਈਕਲ ਦੀ ਪਿਆਸ ਬੁਝਾਉਣ ਵਾਸਤੇ ਪੈਟਰੋਲ ਪੰਪ ਤੋਂ ਇਲਾਵਾ ਹੱਲ ਕੋਈ ਨਹੀਂ ਸੀ। ਪੈਟਰੋਲ ਪਵਾਉਣ ਤੋਂ ਬਾਅਦ ਫਿਰ ਮੈਂ ਦੁਬਾਰਾ ਨਿਕਲ ਗਿਆ ਜੀ। ਨਰਸਰੀ ਨਜ਼ਰ ਆ ਗਈ ਜੀ ਸਾਨੂੰ। ਫੋਟਾਬਾਦ ਤੋਂ ਨਿਕਲਦੇ ਨਰਸਰੀ ਦੇਖ ਕੇ ਜਨਾਬ ਮੈਂ ਇੱਥੇ ਰੁਕਿਆ। ਮੈਂ ਕਿਹਾ ਚਲੋ ਕੋਈ ਪੌਦੇ ਲੈਂਦੇ ਹਾਂ, ਪੌਦੇ ਲਾ ਕੇ ਲਾਈਏ। ਇਹ ਨਾ ਹੋਵੇ ਵੀ ਅਸੀਂ ਪਾਂ ਤਾਂ ਕੀਤੀ ਨਹੀਂ ਗਈ, ਪਾਂ ਨਾ ਹੋਵੇ ਤਾਂ ਫਿਰ ਇਹ ਨਾ ਹੋਵੇ ਵੀ ਅਸੀਂ ਛਾਂ ਤੋਂ ਵੀ ਰਹਿ ਜਾਈਏ। ਪੌਦਿਆਂ ਦਾ ਜ਼ਿਆਦਾ ਲੈਣ ਲੱਗ ਪਿਆ ਜੀ। ਮੈਨੂੰ ਨਰਸਰੀ 'ਤੇ ਬੰਦਾ ਕੋਈ ਨਹੀਂ ਨਜ਼ਰ ਆ ਰਿਹਾ ਸੀ। ਮੈਂ ਜ਼ਰਾ ਜਵਾਨਾਂ ਦੇ ਨਾਲ ਹੀ ਮੈਂ ਕਿਹਾ ਚਲੋ ਦੇਖੀਏ ਵੀ ਕੀ ਸੂਰਤ ਹਾਲ ਹੈ ਨਰਸਰੀ ਦੀ। ਕੋਈ ਪੌਦੇ ਜਿਹੜੇ ਪਸੰਦ ਆਉਂਦੇ ਉਹ ਲੈ ਕੇ ਅਤੇ ਫਿਰ ਉਹਨੂੰ ਲਾਈਏ। ਅਤੇ ਗਰਮੀ ਵੀ ਬੜੀ ਲੱਗੀ ਜਾਂਦੀ ਸੀਗੀ। ਮੋਟਰਸਾਈਕਲ ਨੂੰ ਤਾਂ ਪਿਆ ਪਾਣੀ ਪਿਲਾ ਲਿਆ ਸੀ ਅਸੀਂ, ਬਸ ਸੌਰੀ ਪੈਟਰੋਲ ਪਿਲਾ ਲਿਆ ਸੀਗਾ ਜੀ, ਕਿਉਂਕਿ ਪਾਣੀ ਪੀਤਿਆਂ ਤਾਂ ਉਹਨੇ ਮਰ ਜਾਣਾ ਸੀ ਉੱਦਾਂ ਹੀ। ਅਤੇ ਉਸ ਤੋਂ ਬਾਅਦ ਮੈਂ ਨਰਸਰੀ ਦਾ ਜਾਇਜ਼ਾ ਲਿਆ। ਕੁਛ ਜਿਹੜੇ ਪੌਦੇ ਮੈਨੂੰ ਪਸੰਦ ਆਏ ਜੀ ਉਹ ਲੈ ਕੇ ਮੈਂ ਤੇ ਰਵਾਨਾ ਹੋ ਗਿਆ ਆਪਣੇ ਸਫ਼ਰ ਦੀ ਤਰਫ ਦੁਬਾਰਾ। ਕਿਉਂਕਿ ਸ਼ਹਿਰ 'ਚ ਤਾਂ ਆਮ ਲੋਕ ਪੌਦੇ ਲਾਉਂਦੇ ਆ, ਲੇਕਿਨ ਮੇਰਾ ਇਰਾਦਾ ਸੀਗਾ ਕਿਸੇ ਦੂਰ ਅਫਤਾਦਾ ਗਾਉਂ ਦੇ ਵਿੱਚ ਜਾ ਕੇ ਨਾ ਜੀ बादल लेना, हमने पौधे लगाने हैं। ਮੈਂ ਕਿਹਾ ਕਿਸੇ ਦੂਰ ਜਾ ਕੇ ਚੱਕ ਚੋਸੇ ਲਾਈਏ ਜਿੱਥੇ ਪੌਦਿਆਂ ਦੀ ਹਿਫਾਜ਼ਤ ਵੀ ਕੀਤੀ ਜਾ ਸਕੇ। ਤੁਸੀਂ ਵੀ ਕੋਸ਼ਿਸ਼ ਕਰੋ ਕਿ ਪੌਦੇ ਉੱਥੇ ਹੀ ਲਾਏ ਜਾਣ ਜਿੱਥੇ ਉਹਨਾਂ ਦੀ ਹਿਫਾਜ਼ਤ ਹੋ ਸਕੇ, ਕਿਉਂਕਿ ਪੌਦੇ ਲਾਉਣਾ ਇਕੱਲਾ ਮਕਸਦ ਨਹੀਂ ਨਾ, ਉਹਨਾਂ ਨੂੰ ਲਾ ਕੇ ਬਚਾਉਣਾ ਸਭ ਤੋਂ ਵੱਡਾ ਮਕਸਦ ਆ। ਔਰ ਉਹ ਪੜ੍ਹਨਗੇ ਤਾਂ ਸਾਨੂੰ ਕੁਛ ਲੱਭਣਾ ਜੀ। ਅਤੇ ਮੈਂ ਚੱਕ 'ਚ ਪਹੁੰਚ ਗਿਆ ਜੀ। ਚੱਕ ਨੰਬਰ 269 HR ਦੇ ਵਿੱਚ ਜੀ। ਉੱਥੇ ਇੱਕ ਦੋਸਤ ਨਾਲ ਵੀ ਰਾਬਤਾ ਹੈ ਸੀ। ਕਹਿੰਦੇ ਜੀ ਤੁਸੀਂ ਸਖਾਵਤ ਬਾਈ ਇੱਥੇ ਆ ਜਾਓ, ਆਪਣੇ ਸਕੂਲ ਦੇ ਵਿੱਚ ਜ਼ਰੂਰਤ ਵੀ ਹੈ ਦਰਖਤਾਂ ਦੀ, ਤਾਂ ਇਨਸ਼ਾਅੱਲਾ ਆਪਾਂ ਉੱਥੇ ਦਰਖਤ ਲਾ ਦਿੰਦੇ ਹਾਂ ਤਾਂ ਕਿ ਲੱਗਿਆਂ ਦਾ ਕੋਈ ਸਦਕਾ ਜਾਰੀਆ ਵੀ ਹੋਵੇ। ਚੱਕ ਦੀ ਹਾਲਤ ਦੇਖ ਕੇ ਮੈਨੂੰ ਗਾਉਂ ਚਮਕੇ ਦਾ ਪ੍ਰੋਗਰਾਮ ਯਾਦ ਆ ਗਿਆ ਜੀ, ਕਿ ਪ੍ਰੋਗਰਾਮ ਤਾਂ ਬੜਿਆ ਪਿਆ ਸਾਰੇ ਚੱਕ ਦਾ ਹੀ ਜੀ। ਥਾਂ ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਆ ਜੀ। ਅਤੇ ਹੁਣ ਨਵਾਂ ਕੂੜਾ ਟੈਕਸ ਵੀ ਲੱਗ ਰਿਹਾ, ਉਹਦੇ ਵਾਸਤੇ ਵੀ ਤਿਆਰ ਹੋ। ਇੱਥੇ ਪਹੁੰਚ ਕੇ ਜਵਾਨਾਂ ਨੇ ਸਾਡਾ ਜਿਹੜਾ ਬਾਜਿਆਂ ਨਾਲ ਇਸਤਕਬਾਲ ਕੀਤਾ ਜੀ। ਇੱਥੋਂ ਮੈਨੂੰ ਸਾਬਤ ਹੋਇਆ ਵੀ ਜਿਸ ਬੰਦੇ ਨੇ ਪਾਂ ਨਹੀਂ ਕੀਤੀ ਨਾ ਜੀ ਉਹ ਮੁਹੱਬੇ ਵਤਨ ਨਹੀਂ ਹੈਗਾ ਜੀ। ਅਤੇ ਮੈਨੂੰ ਵੀ ਕਦੀ ਕਦੀ ਆਪਣੇ ਮੁਹੱਬੇ ਵਤਨੀ ਦੀ ਸ਼ੱਕ ਸੀ, ਕਿਉਂਕਿ ਪਾਂ ਅਸੀਂ ਵੀ ਨਹੀਂ ਕੀਤੀ ਅੱਜ। ਅਸੀਂ ਸਿਰਫ ਅੱਜ ਛਾਂ ਦੇ ਚੱਕਰ 'ਚ ਹੀ ਰਹੇ ਹਾਂ ਜੀ। ਉਸ ਤੋਂ ਬਾਅਦ ਮੇਰਾ ਭਾਈ ਚਾਚਾ ਜੀ ਆ ਗਿਆ ਨਾਲ। ਸਕੂਲ ਦੀ ਅਸੀਂ ਚੌਕੀਦਾਰ ਨੂੰ ਬੁਲਾ ਕੇ ਚਾਬੀ ਲਈ ਜੀ। ਦਰਖਤ ਲਾਉਣ ਲੱਗ ਪਏ। ਗਰਮੀ ਬਹੁਤ ਸੀਗੀ ਅਤੇ ਮੈਂ ਤਾਂ ਇੱਕ ਦਰਖਤ ਦੀ ਖਾਲੀ ਪੱਟਿਆਂ ਅਤੇ ਮੇਰੀ ਬੱਸ ਹੋ ਗਈ ਜੀ। ਮਤਲਬ ਅਸੀਂ ਦਰਖਤ ਲਾ ਕੇ ਜੀ ਬਾਕੀ ਪੌਦੇ ਹੋਰ ਵੀ ਸੀਗੇ। ਫਿਰ ਚਾਚਾ ਜੀ ਨੇ ਅਤੇ ਚੌਕੀਦਾਰ ਨੇ ਕਾਫੀ ਮਾਸ਼ਾਅੱਲਾ ਮਿਹਨਤ ਕੀਤੀ। ਸਾਡੇ ਭਾਈ ਅੱਲਾਹ ਤਾਲਾ ਇਹਨਾਂ ਨੂੰ ਅਜਰ ਦੇਵੇ। ਉਹਨਾਂ ਨੇ ਸਾਡੇ ਨਾਲ ਕਾਫੀ ਮਿਹਨਤ ਕਰਾਉਣ ਤੋਂ ਬਾਅਦ ਨਾ ਜੀ ਅਸੀਂ ਆਹ ਪੌਦੇ ਜਿਹੜੇ ਆ ਇਹ ਸਾਰੇ ਇੱਥੇ ਸਕੂਲ ਦੇ ਵਿੱਚ ਲਾ ਦਿੱਤੇ ਜੀ। ਪੌਦੇ ਲਾਉਣ ਤੋਂ ਬਾਅਦ ਸ਼ਾਮ ਦਾ ਟਾਈਮ ਹੋ ਗਿਆ ਜੀ। ਮੈਂ ਉੱਥੋਂ ਵਾਪਸੀ ਦਾ ਸਫ਼ਰ ਇਖਤਿਆਰ ਕੀਤਾ। ਸ਼ਾਮ ਦਾ ਸੂਰਜ ਬੜਾ ਮਾਸ਼ਾਅੱਲਾ ਖੂਬਸੂਰਤ ਨਜ਼ਰ ਆ ਰਿਹਾ ਸੀ। ਮੈਂ ਕਿਹਾ ਯਾਰਾਂ ਬੇਲੀਆਂ ਨੂੰ ਨਜ਼ਾਰਾ ਜਰਾ ਕਰਾ ਦਈਏ ਅਤੇ ਇੱਕ ਮਿੱਠਾ ਜਿਹਾ ਠੰਡਾ ਜਿਹਾ ਲਾਈਕ ਮਾਰ ਦਿਓ ਜੀ।
ਰਸਤੇ ਦੇ ਵਿੱਚ ਵਾਪਸੀ 'ਤੇ ਇੱਕ ਨਾਖੁਸ਼ਗਵਾਰ ਵਾਕਿਆ ਦੇਖਿਆ। ਉਸੇ ਨਰਸਰੀ ਕੋਲ ਜਿਹਦੇ ਕੋਲ ਅਸੀਂ ਪੌਦੇ ਦੇਖੇ ਸੀ ਕਿ ਇੱਕ ਬੱਸ ਜਿਹੜੀ ਹੈ ਨਾ ਉਹ 'ਚ ਧੂੰਆਂ ਨਿਕਲ ਰਿਹਾ, ਅਤੇ ਮੈਂ ਉੱਥੇ ਦੇਖ ਕੇ ਜ਼ਰਾ ਦੇਖਿਆ ਸਵਾਰੀਆਂ ਫੌਰਨ ਲੱਥ ਗਈਆਂ ਸਾਰੀਆਂ ਥੱਲੇ ਜੀ। ਲੇਕਿਨ ਅੱਲਾ ਦਾ ਸ਼ੁਕਰ ਆ ਵੀ ਕੋਈ ਜਾਨੀ ਮਾਲੀ ਨੁਕਸਾਨ ਜਿਹੜਾ ਨਾ ਜੀ, ਵਾਇਰਿੰਗ ਸ਼ਾਰਟ ਹੋ ਗਈ ਸੀਗੀ ਬੱਸ ਦੀ, ਅੱਲਾ ਦਾ ਸ਼ੁਕਰ ਹੈ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਉਹਦੇ ਵਿੱਚ। ਸ਼ਹਿਰ ਵਾਪਸ ਪਹੁੰਚਦਿਆਂ ਹੋਇਆਂ ਜੀ ਤੁਹਾਨੂੰ ਬਾਕੀ ਨਜ਼ਾਰੇ ਵੀ ਦਿਖਾਉਂਦੇ ਜਰਾ। ਰਾਤ ਦੇ ਨਜ਼ਾਰੇ ਲਓ ਜ਼ਰਾ ਜੀ। ਲਾਈਟਿੰਗ ਹੋ ਗਈ ਮਾਸ਼ਾਅੱਲਾ, ਬੜੇ ਵੱਡੇ ਝੰਡੇ ਲਾਏ ਹੋਏ ਆ। ਬਾਜ਼ਾਰ ਦੇ ਵਿੱਚ ਗਏ ਆ ਅਤੇ ਬਹੁਤ ਜ਼ਿਆਦਾ ਰਸ਼ ਮੈਨੂੰ ਨਜ਼ਰ ਆਇਆ। ਇਹਨਾਂ ਦੇ ਬਾਜੇ ਪਤਾ ਨਹੀਂ ਵਿਕੇ ਨਹੀਂ ਗਏ, ਰਸ਼ ਇੰਨਾ ਨਜ਼ਰ ਆਇਆ ਮੈਨੂੰ, ਇੰਨਾ ਨਜ਼ਰ ਆਇਆ ਮੈਂ ਸਮਝਿਆ ਕਿ ਇਨਕਲਾਬ ਆ ਗਿਆ। ਸ਼ੁਕਰ ਹੈ ਇਸ ਕੌਮ ਦੀ ਗੈਰਤ ਜਾਗੀ, 14 ਅਗਸਤ ਵਾਲੇ ਦਿਨ ਹੀ ਜਾਗ ਗਈ, ਇਨਕਲਾਬ ਆ ਗਿਆ। ਮੈਂ ਕਿਹਾ ਜੀ, ਮੈਂ ਤਾਂ ਉੱਥੇ 5-7 ਖਲੋ ਕੇ ਨਾਅਰੇ ਲਾਏ ਜੀ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਲੇਕਿਨ ਮੇਰੀਆਂ ਉਮੀਦਾਂ 'ਤੇ ਪਾਣੀ ਨਾ ਜੀ, ਚੰਦ ਸਕਿੰਟਾਂ ਬਾਅਦ ਹੀ ਫਿਰ ਗਿਆ। ਇੰਨਾ ਰਸ਼ ਦੇਖ ਕੇ ਦਿਲ ਨੂੰ ਇਤਮਾਨਾਨ ਹੋਇਆ ਕਿ ਕੌਮ ਇਨਕਲਾਬ ਦੀ ਤਰਫ ਵੱਧ ਰਹੀ ਹੈ। ਲੇਕਿਨ ਚੰਦ ਸਕਿੰਟਾਂ ਬਾਅਦ ਹੀ ਕਾਲੇ ਰੰਗ ਦਾ ਡਾਲਾ ਜਿੱਤ ਨੀਲੀ ਬੱਤੀ ਲੱਗੀ ਸੀਗੀ ਜੀ, ਜਦੋਂ ਨਜ਼ਰ ਆਇਆ ਮਾਸ਼ਾਅੱਲਾ ਤੁਹਾਡੇ ਸਾਹਮਣੇ, ਅਤੇ ਕੌਮ ਸਾਰੀ ਤਿੱਤਰ ਬਿੱਤਰ ਹੋ ਗਈ ਜੀ। ਉਸ ਤੋਂ ਬਾਅਦ ਇਨਕਲਾਬ ਫੁਰ ਹੋ ਗਿਆ ਸਾਰੇ ਦਾ ਸਾਰਾ ਜੀ। ਕਮੇਟੀ ਘਰ ਨੂੰ ਜੀ ਮਾਸ਼ਾਅੱਲਾ ਲਾਈਟਾਂ ਲਾ ਕੇ ਇਹਨਾਂ ਨੇ ਸਜਾਇਆ ਹੋਇਆ ਜੀ। ਮੈਂ ਕਿਹਾ ਤੁਹਾਨੂੰ ਵੀ ਇੱਕ ਨਜ਼ਰ ਮਰਵਾਈਏ। ਸਾਰਾ ਸ਼ਹਿਰ ਮਾਸ਼ਾਅੱਲਾ ਰੋਸ਼ਨੀ ਦੇ ਨਾਲ ਜਗਮਗ ਹੋਇਆ ਪਿਆ ਜੀ। ਅੱਜ ਦਾ ਵੀਲਾਗ ਜੀ ਨਾ ਜੀ ਕੁਛ ਲੰਬਾ ਹੀ ਹੋ ਗਿਆ, ਕਿਉਂਕਿ 14 ਅਗਸਤ ਦੀਆਂ ਸਾਰੀਆਂ ਸਰਗਰਮੀਆਂ ਤੁਹਾਨੂੰ ਦਿਖਾਉਣੀਆਂ ਸੀਗੀਆਂ, ਜਿਹਦੀ ਵਜ੍ਹਾ ਤੋਂ ਜਿਹੜਾ ਨਾ ਵੀਲਾਗ ਥੋੜ੍ਹਾ ਜਿਹਾ ਅੱਜ ਲੰਬਾ ਹੋ ਗਿਆ। ਬਾਕੀ ਜਿਹੜੇ ਵੀ ਦੋਸਤ ਦੇਖਦੇ ਉਹਨਾਂ ਦਾ ਬਹੁਤ ਸ਼ੁਕਰੀਆ ਜੀ। ਲਾਈਟਾਂ ਦੇ ਨਾਲ ਜਗਮਗ ਕਰਦਾ ਹੋਇਆ ਸ਼ਹਿਰ ਮਾਸ਼ਾਅੱਲਾ ਤੁਹਾਨੂੰ ਨਜ਼ਰ ਆ ਰਿਹਾ ਜੀ। ਕੌਮ ਜ਼ਿੰਦਾ ਕੌਮਾਂ ਇੱਦਾਂ ਹੀ ਆਪਣੀ ਆਜ਼ਾਦੀ ਦੇ ਦਿਨ ਜਿਹੜੇ ਨਾ ਜੀ ਮਨਾਉਂਦੀਆਂ ਮਾਸ਼ਾਅੱਲਾ। ਅਸੀਂ ਇੱਕ ਜ਼ਿੰਦਾ ਕੌਮ ਹਾਂ ਜੀ। ਉਸ ਤੋਂ ਬਾਅਦ ਬੱਚਿਆਂ ਨੇ ਜ਼ਿੱਦ ਕੀਤੀ ਪਾਪਾ ਜੀ ਪਾਰਕ ਜਾਣਾ, ਮੈਂ ਇਹਨਾਂ ਨੂੰ ਪਾਰਕ ਲੈ ਕੇ ਆ ਗਿਆ ਜੀ। ਉੱਥੋਂ ਝੂਲੇ ਲੈ ਕੇ ਫਾਰਗ ਹੋ ਕੇ ਵਾਪਸ ਨਿਕਲੇ। ਪਾਰਕ ਤੋਂ ਵਾਪਸੀ ਨਿਕਲਦੇ ਹਾਂ ਜੀ ਮੈਂ ਇੱਕ ਜਗ੍ਹਾ 'ਤੇ ਰੁਕਿਆ, ਅਤੇ ਬੱਚਿਆਂ ਨੇ ਬਣਾਇਆ ਹੋਇਆ ਸੀਗਾ ਅਜਾਇਬਾਤ ਜੀ, ਅਤੇ ਮਨਾਰੇ ਪਾਕਿਸਤਾਨ ਦਾ ਉਹ 'ਚ ਟੱਚ ਦਿੱਤਾ ਹੋਇਆ ਸੀਗਾ। ਮੈਂ ਕਿਹਾ ਤੁਹਾਡੀ ਵੀ ਨਜ਼ਰ ਕਰੀਏ। ਉਸ ਤੋਂ ਬਾਅਦ ਰਾਤ ਦੇ ਤਕਰੀਬਨ ਕੋਈ 11 ਵੱਜ ਗਏ, ਅਤੇ ਮੈਂ ਵਾਪਸੀ ਦਾ ਸਫ਼ਰ ਇਖਤਿਆਰ ਕੀਤਾ ਜੀ, ਤਾਂ ਕਿ ਘਰ ਜਾ ਕੇ ਜਿਹੜਾ ਨਾ ਜੀ ਸਾਰੇ ਦਿਨ ਦੀ ਥਕਾਵਟ ਦੂਰ ਕਰਕੇ ਆਰਾਮ ਕੀਤਾ ਜੀ। ਇਨਸ਼ਾਅੱਲਾ ਨਵੇਂ ਵਲੋਗ 'ਚ ਕੱਲ੍ਹ ਮੁਲਾਕਾਤ ਹੋਵੇਗੀ। ਅੱਲਾ ਹਾਫਿਜ਼।